हर हर तेरी अमृत बाणी। लोक महला पहला। सरवर हंस तुरे ही मेला खसमे एवे भाना। सरवर अंदर हीरा मोती सो हंसा का खाना। बगला काग न रही सरवर जे होवे अत सियाना। उन्ना रिजक ना पायो इत्थे ओना होरो खाना। सच कमावे सचो पाइए कूड़े कूड़ा माना। नानक तिनको सतगुर मिलिया जिन्ना तुर पिया परवाना। ਹੁਣ ਗੁਰੂ ਸਾਹਿਬ ਕਹਿੰਦੇ ਭਾਈ ਤੁਸੀਂ ਸਭ ਨੇ ਹੰਸ ਬਣਨਾ ਅਤੇ ਗੁਰੂ ਦਾ ਸਿੱਖ ਬਗਲਾ ਨਹੀਂ ਹੁੰਦਾ, ਹੰਸ ਹੁੰਦਾ। ਅਤੇ ਹੰਸ ਹੈ ਫਿਰ ਉਹ ਸਰਵਰ ਨੂੰ ਛੱਡ ਕੇ ਕਿਤੇ ਛਪੜੀਆਂ 'ਤੇ ਨਹੀਂ ਬੈਠਦਾ ਗਾ। ਉਹ ਫਿਰ ਸਰਵਰ ਦੇ ਵਿੱਚ ਸਰੋਵਰ ਦੇ ਵਿੱਚ ਹੀਰੇ ਮੋਤੀ ਖਾਂਦਾ ਹੈ। ਅਤੇ ਪਰ ਬਗਲਾ ਜਿਹੜਾ ਉਹ ਫਿਰ ਜਾ ਕੇ ਛੱਪੜਾਂ ਦੇ ਡੱਡੀਆਂ ਹੀ ਖਾਂਦਾ। ਹੁਣ ਗੁਰੂ ਦਾ ਸਿੱਖ ਹੰਸ ਹੁੰਦਾ, ਹੰਸ ਬਣਨਾ। ਸਰਵਰ ਹੰਸ ਧੁਰੇ ਹੀ ਮੇਲਾ ਖਸਮੇ ਏਵੇ ਪਾਣਾ। ਗੁਰੂ ਸਾਹਿਬ ਕਹਿੰਦੇ ਗੁਰੂ ਸਰੋਵਰ ਹੈ ਅਤੇ ਗੁਰਮੁਖ ਹੰਸ ਹੈ। ਇਹ ਸ਼ੁਰੂ ਤੋਂ ਹੀ ਚੱਲਿਆ ਆ ਰਿਹਾ। ਸਤਿਯੁਗ ਤੋਂ ਹੀ ਸਤਿਗੁਰ ਨਾਲ ਮਿਲ ਕੇ ਪਰਮਾਤਮਾ ਨਾਲ ਮਿਲਦੇ ਆਏ ਆ। ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ। ਇੱਕ ਸ਼ੁਰੂ ਤੋਂ ਹੀ ਮੇਲਾ ਆਇਆ। ਸਤਿਗੁਰ ਨੂੰ ਮਿਲ ਕੇ ਭਗਤ ਬਣਦੇ ਰਹੇ। ਅੱਜ ਵੀ ਅਸੀਂ ਸਤਿਗੁਰ ਸਰੋਵਰ ਗੁਰੂ ਗ੍ਰੰਥ ਸਾਹਿਬ ਨੂੰ ਮਿਲ ਕੇ ਹੰਸ ਬਣਨਾ। ਪਰ ਹੰਸ ਹੈ ਤਾਂ ਹੀ ਹੈ ਜੇ ਬਸ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨ ਕੇ ਕੇਵਲ ਅਤੇ ਕੇਵਲ ਬਾਣੀ ਦੇ ਆਖੇ ਚੱਲੀਏ, ਬਾਣੀ ਤੋਂ ਬਿਨਾਂ ਹੋਰ ਕਿਸੇ ਦਾ ਕਹਿਣਾ ਨਾ ਮੰਨੀਏ, ਉਹ ਅਸਲੀ ਹੰਸ ਹੈ। ਅਸੀਂ ਪ੍ਰਭੂ ਖਸਮ ਨੂੰ ਇਹੀ ਗੱਲ ਚੰਗੀ ਲੱਗਦੀ ਹੈ ਵੀ ਪੂਰੇ ਸਤਿਗੁਰ ਤੋਂ ਬਿਨਾਂ ਹੋਰ ਕਿਸੇ ਦੀ ਤੁਸੀਂ ਨਾ ਮੰਨੋ। ਪਰ ਅੱਜ ਦੇ ਸਿੱਖ ਅਸੀਂ ਆਪਦੇ ਗੁਰੂ ਦੀ ਘੱਟ ਮੰਨਦੇ ਹੀ ਨਹੀਂ ਅਤੇ ਹੋਰਾਂ ਦੀ ਮੰਨਦੇ। ਅੱਜ ਗੁਰੂ ਸਾਡੇ ਹਾਜ਼ਰ ਗੁਰੂ ਗੁਰੂ ਗ੍ਰੰਥ ਸਾਹਿਬ ਹੈ। ਇਹਦੇ ਮੁਤਾਬਕ ਚੱਲਣਾ। ਜੋ ਹਾਜ਼ਰ ਗੁਰੂ ਹੁੰਦਾ ਉਹਦੇ ਮੁਤਾਬਕ ਚੱਲਣਾ ਹੁੰਦਾ। ਲੇਕਿਨ ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਕਾ ਖਾਣਾ। ਗੁਰੂ ਸਾਹਿਬ ਕਹਿੰਦੇ ਫਿਰ ਹੰਸਾਂ ਦਾ ਖਾਣਾ ਕੀ ਹੁੰਦਾ? ਹੀਰੇ ਮੋਤੀ ਆ ਜਿਹੜੇ ਸਰੋਵਰ ਦੇ ਵਿੱਚ ਹੁੰਦੇ ਆ ਅਤੇ ਗੁਰੂ ਗ੍ਰੰਥ ਸਾਹਿਬ ਹੀ ਹੀਰੇ ਆ। ਗੁਰ ਸਾਗਰ ਰਤਨੀ ਭਰਪੂਰੇ ਸੰਤ ਚੋਗ ਚੁਗੇ ਨਹੀਂ ਦੂਰੇ। ਅਸੀਂ ਸੰਤ ਬਣਨਾ, ਹੰਸ ਬਣਨਾ, ਪਰ ਬਾਣੀ 'ਚੋਂ ਹੀਰੇ ਮੋਤੀ ਕੱਢਣੇ ਆ ਗਿਆਨ ਦੇ। ਬਾਣੀ ਨੂੰ ਵੱਧ ਤੋਂ ਵੱਧ ਵਿਚਾਰਨਾ, ਵੱਧ ਤੋਂ ਵੱਧ ਡੰਗਾਈ 'ਚ ਜਾਣਾ। ਬਾਣੀ ਦੇ ਸ਼ਬਦੀ ਅਰਥ ਹੋਰ ਹੁੰਦੇ ਆ, ਅੰਦਰੀ ਵੀ ਭਾਵ ਹੋਰ ਹੁੰਦੇ। ਜਿੰਨਾ ਚਿਰ ਅਸੀਂ ਖੁਦ ਆਪ ਅੰਦਰੀ ਭਾਵ ਨਹੀਂ ਲੈਂਦੇ ਉਹਨਾਂ ਚਿਰ ਮੋਤੀ ਨਹੀਂ ਖਾਧੇ ਜਾਂਦੇ। ਸਾਨੂੰ ਇਹ ਆਂਦਾ ਜੀ ਫਲਾਣੇ ਦਾ ਸਟੀਕ ਪੜ੍ਹਿਆ, ਮੈਂ ਦੂਜੇ ਦਾ ਪੜ੍ਹਿਆ, ਕੋਈ ਆ ਮੈਂ ਤੀਜੇ ਦਾ ਪੜ੍ਹਿਆ। ਸਾਰੇ ਹੀ ਵਧੀਆ ਸਟੀਕ ਜਿਹਦੇ ਮਰਜ਼ੀ ਪੜ੍ਹ ਲਓ, ਪਰ ਉਹ ਸ਼ਬਦੀ ਅਰਥ ਸਮਝ ਕੇ ਅੱਗੇ ਅੰਤਰੀ ਭਾਵ ਕੱਢਣੇ ਉਹਦਾ ਤੱਤ ਸਾਰ ਜਾਣਨਾ ਹੁੰਦਾ ਉਹਦੇ 'ਚੋਂ। ਉਹ ਫਿਰ ਗੁਰੂ ਦਾ ਗਿਆਨ ਬਣ ਕੇ ਉਹਦੇ 'ਤੇ ਅਮਲ ਕਰਨਾ ਹੁੰਦਾ। ਉਹ ਗੁਰੂ ਫਿਰ ਦੀ ਮਰਿਆਦਾ ਬਣਦੀ ਜਾਂਦੀ ਹੈ। ਗੁਰੂ ਦੱਸਦਾ ਜਾਂਦਾ ਵੀ ਆਹ ਕਰਨਾ, ਆਹ ਨਹੀਂ ਕਰਨਾ। ਹੁਣ ਪਹਿਲੀ ਪੌੜੀ 'ਚ ਮਰਿਆਦਾ ਬਣ ਗਈ ਸਾਡੀ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਕੂੜ ਦੀ ਪਾਲ ਤੋੜਨ ਵਾਸਤੇ, ਸਚਿਆਰ ਹੋਣ ਵਾਸਤੇ ਅਸੀਂ ਬਾਣੀ ਪੜ੍ਹਦੇ ਹਾਂ, ਪਰ ਉਹਦੇ ਹੁਕਮ 'ਚ ਹੀ ਸਭ ਕੁਝ ਚੱਲਦਾ। ਹੁਕਮ ਨੂੰ ਸਮਝਣਾ ਅਤੇ ਹੁਕਮ ਦੀ ਰਜਾ ਚੱਲਣਾ। ਜਿੰਨਾ ਚਿਰ ਅਸੀਂ ਹੁਕਮ ਦੀ ਰਜਾ 'ਚ ਨਹੀਂ ਚੱਲਦੇ ਕਾਮਯਾਬ ਨਹੀਂ ਹੁੰਦੇ। ਹੁਣ ਕਹਿੰਦੇ ਸਰਵਰ ਅੰਦਰ ਹੀਰਾ ਮੋਤੀ। ਗੁਰੂ ਗ੍ਰੰਥ ਸਾਹਿਬ ਦੇ ਅੱਖਰ ਅੱਖਰ ਦੇ 'ਚ ਇੰਨਾ ਗਿਆਨ ਹੈ, ਇੰਨਾ ਬੁੱਧੀ ਹੈ, ਜਦੋਂ ਸਮਝ ਆ ਜਾਂਦੀ ਬੰਦਾ ਹੈਰਾਨ ਹੋ ਜਾਂਦਾ ਵੀ ਵਾਹ, ਗੁਰੂ ਸਾਹਿਬ ਇੰਨਾ ਕੁਛ ਸਮਝਾਈ ਜਾਂਦੇ ਸਨ, ਇੰਨੇ ਹੀਰੇ ਮੋਤੀ ਦੇਈ ਜਾਂਦੇ ਸਨ।
ਤੇ ਪਰ ਪੜ ਗੱਡੇ ਲੱਦਾਂਗੇ ਫੇਰ ਨਹੀਂ। ਬਾਣੀ ਵਾਰ-ਵਾਰ ਕਹਿੰਦੀ ਸ਼ਬਦ ਵਿਚਾਰ ਕਰੋ, ਸ਼ਬਦ ਵਿਚਾਰ ਕਰੋ। ਜਿਹੜਾ ਸ਼ਬਦ ਵਿਚਾਰ ਕਰਕੇ ਗਿਆਨ ਨਹੀਂ ਲੈਂਦਾ ਉਹਨੂੰ ਮਿਰਤਕ ਹੈ ਸੰਸਾਰ। ਉਸ ਆਦਮੀ ਨੂੰ ਗੁਰੂ ਸਾਹਿਬ ਮਿਰਤਕ ਗਿਣਦੇ ਆ, ਪਸ਼ੂ ਢੋਰ ਗਿਣਦੇ ਆ। ਉਹਦੀ ਕੋਈ ਸੇਵਾ ਨਹੀਂ ਗੁਰੂ ਗ੍ਰੰਥ ਸਾਹਿਬ ਦੀ, ਜਿਹਨੇ ਬਾਣੀ ਨੂੰ ਸਮਝ ਕੇ ਇਹ ਤੋਂ ਵਿਚਾਰਾਂ ਨਹੀਂ ਲਈਆਂ, ਗਿਆਨ ਨਹੀਂ ਲਿਆ। ਸਤਿਗੁਰ ਪੁਰਖ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਅੰਤਰ ਗਿਆਨ ਨਾ ਆਇਓ, ਮਿਰਤਕ ਹੈ ਸੰਸਾਰ। ਇਸ ਤਰ੍ਹਾਂ ਦੇ ਸ਼ਬਦ ਬਥੇਰੇ ਹੈਗੇ ਆ। ਗੁਰੂ ਸਾਹਿਬ ਕਹਿੰਦੇ ਉਹਨੂੰ ਮਨੁੱਖ ਹੀ ਨਾ ਕਿ ਉਹਨੂੰ ਪਸ਼ੂ ਢੋਰ ਗਵਾਰ ਕੇ, ਉਹ ਜਿਹੜਾ ਬਾਣੀ ਤੇ ਸ਼ਬਦ ਵਿਚਾਰ ਕਰਕੇ ਉਹਦੇ ਤੋਂ ਕੱਢਦਾ ਨਹੀਂ। ਬਾਣੀ ਦੇ ਨਾਲ ਪਰਮਾਤਮਾ ਨਾਲ ਪਿਆਰ ਬਣਨਾ ਤੇ ਸਾਡੇ ਪੰਜੇ ਕਾਬੂ ਆਉਣਾ ਹੈ। ਬੜਾ ਵੱਡਾ ਕੋਰਸ ਹੈ, ਬੜੀ ਵੱਡੀ ਪ੍ਰਾਪਤੀ ਹੈ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਬਈ ਸਰਵਰ ਅੰਦਰ ਹੀਰਾ ਮੋਤੀ, ਸੋ ਹੰਸਾਂ ਕਾ ਖਾਣਾ। ਗੁਰੂ ਗ੍ਰੰਥ ਸਾਹਿਬ ਦੇ ਸਿੱਖ ਫਿਰ ਬਾਣੀ ਦੀ ਵਿਚਾਰਾਂ ਕਰਦੇ ਮਿਲ ਕੇ ਇੱਕ ਦੂਜੇ ਨਾਲ। ਭਾਈ ਮੈਂ ਆ ਬਾਣੀ ਪੜ੍ਹੀ ਸੀ, ਉਹਦੇ ਚਾਹ ਕਿਹਾ ਸੀ, ਮੈਨੂੰ ਉਸ ਚਾਹ ਸਮਝ ਆਈ ਹੈ। ਮਿਲ ਕੇ ਬਾਣੀ ਤੇ ਵਿਚਾਰਾਂ ਕਰਨੀਆਂ ਹੁੰਦੀਆਂ, ਮਿਲ ਕੇ ਗੁਰਮਤੇ ਕਰਨੇ ਹੁੰਦੇ ਆ, ਨਾ ਕਿ ਇੱਕ ਦੂਜੇ ਦੀ ਨਿੰਦਾ ਕਰਨੀ ਹੁੰਦੀ। ਨਿੰਦਾ ਤੋਂ ਗੁਰੂ ਸਾਹਿਬ ਰੋਕ ਰਹੇ ਆ। ਬੜਾ ਗੁਰੂ ਸਾਹਿਬ ਮਨਾ ਕਰਦੇ ਆ ਵੀ ਨਿੰਦਾ ਕੌਣ ਕਰਦਾ, ਜਿਹੜਾ ਉਸ ਤੋਂ ਵੱਡਾ ਕੋਈ ਮੂਰਖ ਨਹੀਂ। ਨਿੰਦਾ ਮੂਰਖ ਮੁਗਧ ਕਰਨਾ। ਅਸੀਂ ਨਿੰਦਾ ਨਹੀਂ ਕਰਨੀ, ਕਿਉਂਕਿ ਸਭ 'ਚ ਪਰਮਾਤਮਾ ਬੋਲ ਰਿਹਾ, ਪਰਮਾਤਮਾ ਹੀ ਉਹ ਤੋਂ ਕਰਾ ਰਿਹਾ। ਅਸੀਂ ਆਪਦੀ ਨਿੰਦਾ ਕਰਨੀ ਹੈ। ਜੇ ਅਸੀਂ ਗੁਰੂ ਦੇ ਸਿੱਖ ਹਾਂ ਤਾਂ ਆਪਸ ਨੂੰ ਮੰਦਾ ਗਿਣਨਾ। ਇੱਥੇ ਕੋਈ ਵੀ ਗੁਰੂ ਸਾਹਿਬ ਕਹਿੰਦੇ ਨਾ ਚੰਗਾ ਤੇ ਨਾ ਮਾੜਾ, ਨਾ ਪੰਡਤ ਹੈ ਤੇ ਨਾ ਮੂਰਖ ਹੈ। ਜਿਤ ਜਿਤ ਲਾਇਆ ਤਿਤ ਤਿਤ ਲੱਗਣਾ। ਬਸ ਜਿੱਥੇ ਉਹਨੇ ਪੈਦਾ ਕੀਤਾ, ਜੇ ਜਾਂ ਸਰੀਰ ਦਿੱਤਾ, ਜੇ ਜੀ ਅਕਲ ਦਿੱਤੀ, ਉੱਥੇ ਅਸੀਂ ਪੈਦਾ ਹੋ ਗਏ। ਬਸ ਸਾਡੇ ਵੱਸ ਹੀ ਨਹੀਂ। ਪਿਛਲੇ ਸ਼ਬਦ 'ਚ ਆਪਾਂ ਪੜ੍ਹ ਕੇ ਆਏ ਹਾਂ, ਇਹ ਸਾਡੇ ਵੱਸ ਨਹੀਂ ਹੈ। ਪਰ ਹੁਣ ਗੁਰੂ ਨੂੰ ਮਿਲ ਕੇ ਅਸੀਂ ਇੱਕ ਨਵੀਂ ਬੁੱਧੀ ਲੈ ਸਕਦੇ ਹਾਂ। ਇਹ ਮਨੁੱਖਾ ਜਨਮ 'ਚ ਇੱਕ ਪਾਵਰ ਹੈਗੀ ਹੈ ਆਪਣੇ ਆਪ ਨੂੰ ਸੋਧਣ ਦੀ। ਪਰ ਗੁਰੂ ਸਾਹਿਬ ਕਹਿੰਦੇ ਇੱਕ ਹੰਸ ਹੁੰਦਾ, ਇੱਕ ਬਗਲਾ ਹੁੰਦਾ। ਹੰਸ ਸਰੋਵਰ ਤੇ ਬੈਠਦਾ, ਬਗਲਾ ਫਿਰ ਛਪੜੀਆਂ ਤੇ ਬੈਠਦਾ। ਬਗਲਾ ਕਾਗ ਨਾ ਰਹੀ ਸਰਵਰ, ਜੇ ਹੋਵੇ ਅਤ ਸਿਆਣਾ। ਗੁਰੂ ਸਾਹਿਬ ਕਹਿੰਦੇ ਜਿਹੜੇ ਕਾਂ ਤੇ ਬਗਲੇ ਆ, ਭਾਵੇਂ ਜਿੰਨਾ ਮਰਜ਼ੀ ਸਿਆਣਾ ਹੋਵੇ, ਉਹ ਫਿਰ ਸਰਵਰ ਤੇ ਰਹਿ ਨਹੀਂ ਸਕਦਾ। ਹੁਣ ਦੇਖ ਲਓ ਕਿੰਨੇ ਕੁ ਬੰਦੇ ਬਾਣੀ ਮੁਤਾਬਕ ਚੱਲਦੇ ਆ, ਪੜ੍ਹਦੇ ਮੇਰੇ ਵਰਗਾ ਬਾਣੀ ਹੈ, ਚੱਲਦਾ ਹੋਰ ਪਿੱਛੇ। ਤਾਂ ਫਿਰ ਗੁਰੂ ਸਾਹਿਬ ਕਹਿੰਦੇ ਇੱਕ ਨਹੀਂ ਆਸ਼ਕੀ ਦੂਜੇ ਲੱਗਾ ਜਾਏ। ਕਹਿੰਦੇ ਗੁਰੂ ਦਾ ਸਿੱਖ ਹੋ ਕੇ ਗੁਰੂ ਮੁਤਾਬਕ ਨਹੀਂ ਚੱਲਦਾ, ਤੂੰ ਕਹਿਣਾ ਹੋਰ ਦਾ ਮੰਨਦਾ, ਬਾਣੀ ਗੁਰੂ ਦੀ ਪੜ੍ਹਦਾ। ਫਿਰ ਗੁਰੂ ਸਾਹਿਬ ਕਹਿੰਦੇ ਇਦੂ ਮਾੜਾ ਤੇਰੀ ਕਿਸਮਤ ਨਹੀਂ ਹੈ। ਜੇ ਬਾਣੀ ਪੜ੍ਹ ਕੇ ਤੂੰ ਸਫਲ ਨਹੀਂ ਹੋਇਆ, ਉਸ ਨਾਲੋਂ ਮਾੜੀ ਕਿਸਮਤ ਕਿਸੇ ਦੀ ਨਹੀਂ ਹੋ ਸਕਦੀ। ਬੱਚਾ ਸਕੂਲ 'ਚ ਜਾ ਕੇ ਵੀ ਫੇਲ ਹੋ ਜਾਵੇ, ਬੱਚਾ ਗੁਰੂ ਕੋਲੇ ਜਾ ਕੇ ਵੀ ਗੁਰੂ ਦੀ ਗੱਲ 'ਤੇ ਨਾ ਮੰਨੇ, ਤਾਂ ਜਿਹੜਾ ਗੁਰੂ ਕੋਲੇ ਗਿਆ ਹੀ ਨਹੀਂ, ਚਲੋ ਉਹਦੀ ਤਾਂ ਕਿਸਮਤ ਮਾੜੀ ਕਹਿ ਸਕਦੇ ਹਾਂ। ਤੇ ਜਿਹੜਾ ਗੁਰੂ ਕੋਲੇ ਜਾ ਕੇ ਵੀ ਨਹੀਂ ਬੰਦਾ, ਉਦੋਂ ਵੀ ਮਾੜੀ ਕਿਸਮਤ ਹੈ। ਇਹ ਬਗਲੇ ਨਾ ਬਣੀਏ, ਹੰਸ ਬਣੀਏ। ਬਾਣੀ ਨੂੰ ਸਮਝ ਕੇ ਬਾਣੀ ਤੇ ਚੱਲੀਏ। ਉਨਾ ਰਿਜ਼ਕ ਨਾ ਪਾਇਓ ਉੱਥੇ, ਉਨਾ ਹੋਰੋਂ ਖਾਣਾ। ਹੁਣ ਮੈਂ ਉੱਥੇ ਗਿਆ, ਬਾਣੀ ਦੇ ਵਿਚਾਰ ਚੱਲ ਰਹੀ ਹੈ, ਪਰ ਮੈਨੂੰ ਨਿੰਦਿਆ ਚੁਗਲੀ ਚਾਹੀਦੀ ਹੈ। ਮੈਨੂੰ ਇਹ ਜਿਹਾ ਬਾਬਾ ਚਾਹੀਦਾ ਜਿਹੜਾ ਦੂਜਿਆਂ ਦੀ ਨਿੰਦਾ ਕਰੇ। ਇੱਥੇ ਤਾਂ ਬਾਣੀ ਦੀਆਂ ਵਿਚਾਰ ਹੋ ਰਹੀ ਹੈ, ਉਹ ਚੰਗੀ ਨਹੀਂ ਲੱਗਦੀ ਉਹਨੂੰ, ਕਿਉਂਕਿ ਉਹਦੀ ਖੁਰਾਕ ਨਹੀਂ ਹੈ। ਉਹਨੂੰ ਨਿੰਦਿਆ ਚੁਗਲੀ ਹੀ ਚਾਹੀਦੀਆਂ, ਲੋਕਾਂ ਦੀਆਂ ਗੱਲਾਂ ਚਾਹੀਦੀਆਂ, ਚਿਕਨੀਆਂ ਚਿਕਨੀਆਂ ਗੱਲਾਂ ਚਾਹੀਦੀਆਂ। ਮੈਨੂੰ ਬਾਣੀ ਨਹੀਂ ਚਾਹੀਦੀ। ਉਹਨੂੰ ਰਿਜ਼ਕ ਨਹੀਂ ਮਿਲਦਾ, ਉਹ ਖੁਰਾਕ ਨਹੀਂ ਮਿਲਦੀ, ਕਿਉਂਕਿ ਉਹਨਾਂ ਦਾ ਖਾਣਾ ਹੋਰ ਹੁੰਦਾ। ਗੁਰੂ ਸਿੱਖਾਂ ਦਾ ਖਾਣਾ ਕੇਵਲ ਬਾਣੀ ਹੁੰਦੀ ਹੈ, ਜਾਂ ਉਹਦਾ ਨਾਮ ਹੁੰਦਾ। ਸਤਸੰਗ ਕਿਹੜੀ ਹੁੰਦੀ ਹੈ? ਜਿੱਥੇ ਪਰਮਾਤਮਾ ਦੇ ਗੁਣ ਗਾਏ ਜਾਣ। ਅਤੇ ਜਿੱਥੋਂ ਵੀ ਬਾਣੀ ਤੁਸੀਂ ਪੜ੍ਹੋਗੇ, ਪਰਮਾਤਮਾ ਦੇ ਗੁਣ ਹੀ ਹੈ। ਕਹਿੰਦੇ ਸੱਚ ਕਮਾਣੇ ਸੱਚੋ ਪਾਈਏ, ਕੂੜੇ ਕੂੜਾ ਮਾਣਾ।
ਕਹਿੰਦਾ ਜੇ ਸਦਾ ਰਹਿਣ ਵਾਲੇ ਪਰਮਾਤਮਾ ਦੀ ਬੰਦਗੀ ਰੂਪ ਕਮਾਈ ਕਰੀਏ ਤਾਂ ਸਦਾ ਰਹਿਣ ਵਾਲਾ ਪਰਮਾਤਮਾ ਮਿਲ ਜਾਂਦਾ ਹੈ। ਸਦਾ ਰਹਿਣ ਵਾਲੇ ਪਰਮਾਤਮਾ ਨਾਲ ਮਿਲਾਪ ਸਾਡੀ ਬਾਣੀ ਸਾਡਾ ਕਰਾ ਰਹੀ ਹੈ। ਪਰ ਕੂੜ ਦੀ ਖੱਟੀ ਦਾ ਮਾਨ ਕੂੜਾ ਹੀ ਹੈ। ਇਹ ਨਾਮ ਤੋਂ ਬਿਨਾਂ ਸਭ ਕੂੜ ਹੈ। ਨਾਨਕ ਤਿੰਨ ਕੋ ਸਤਿਗੁਰ ਮਿਲਿਆ ਜਿਨ੍ਹਾਂ ਤੁਰ ਪਿਆ ਪਰਵਾਨਾ। ਪਰ ਗੁਰੂ ਸਾਹਿਬ ਕਹਿੰਦੇ ਆਦਮੀ ਦੇ ਵੱਸ ਵੀ ਕੀ ਹੈ, ਬਗਲੇ ਦੇ ਵੱਸ ਵੀ ਕੀ ਹੈ, ਉਹਨੂੰ ਬਾਣੀ ਸਮਝ ਨਹੀਂ ਆਉਂਦੀ। ਗੁਰੂ ਸਾਹਿਬ ਕਹਿੰਦੇ ਬੜੀ ਵੱਡੀ ਕਿਰਪਾ ਹੋ ਜਾਂਦੀ ਹੈ ਜੇ ਤੁਹਾਨੂੰ ਬਾਣੀ ਦੀ ਸਮਝ ਆ ਜਾਵੇ ਤੇ ਉਹ 'ਤੇ ਚੱਲਣ ਲੱਗ ਜਾਵੇ। ਬੜਾ ਵੱਡਾ ਪਰਮਾਤਮਾ ਵੱਲੋਂ ਬਖਸ਼ਿਸ਼ ਹੋ ਗਈ। ਜੇ ਨਹੀਂ ਬਾਣੀ ਦੀ ਸਮਝ ਆਈ ਤਾਂ ਅਰਦਾਸਾਂ ਕਰੀਏ ਤੇ ਗੁਰੂ ਕਹਿੰਦਾ ਅਰਦਾਸ ਕਰਦੇ ਤੈਨੂੰ ਮਿਲ ਜਾਊਗਾ। ਗੁਰੂ ਦੇ ਮਿਲਾਪ ਵਾਸਤੇ ਅਰਦਾਸਾਂ ਕਰਨੀਆਂ। ਤਾਂ ਆਪਾਂ ਰੋਜ਼ ਕੋਸ਼ਿਸ਼ ਕਰਦੇ ਹਾਂ, ਆਓ ਰੋਜ਼ ਅਰਦਾਸ ਕਰਕੇ ਬਾਣੀ ਪੜ੍ਹਦੇ ਹਾਂ ਵੀ ਸਾਨੂੰ ਬਾਣੀ ਸਮਝ ਆ ਜਾਵੇ, ਗੁਰੂ ਨਾਲ ਮਿਲਾਪ ਹੋ ਜਾਵੇ, ਗੁਰੂ ਮੁਤਾਬਕ ਚੱਲਣ ਲੱਗ ਜਾਈਏ। ਜਿਨ੍ਹਾਂ ਨੂੰ ਗੁਰੂ ਮਿਲ ਜਾਂਦਾ, ਸਤਿਗੁਰ ਮਿਲ ਜਾਂਦਾ। ਹੁਣ ਸਤਿਗੁਰ ਮਿਲਣਾ ਕਦੋਂ ਹੈ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸਮਝ ਆ ਜਾਵੇ ਤੇ ਉਹ ਚੱਲਣ ਲੱਗ ਜਾਈਏ। ਉਦੋਂ ਫਿਰ ਆਨੰਦ ਆਉਂਦਾ। ਆਨੰਦ ਐਵੇਂ ਨਹੀਂ ਪਾ ਸਕਦੇ ਜਿੰਨਾ ਚਿਰ ਗੁਰੂ ਨੂੰ ਨਹੀਂ ਪਾਉਂਦੇ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਜਦੋਂ ਸਤਿਗੁਰ ਨੂੰ ਪਾਉਂਦਾ ਉਦੋਂ ਗੁਰੂ ਆਨੰਦ ਦਿੰਦਾ। ਪਰਮਾਤਮਾ ਨਾਲ ਜੋੜ ਕੇ ਸਾਡੀਆਂ ਇੱਛਾਵਾਂ ਨੂੰ ਖਤਮ ਕਰਕੇ ਆਨੰਦ 'ਚ ਲੈ ਕੇ ਜਾਂਦਾ। ਐਵੇਂ ਨਹੀਂ। ਮਹੱਲਾ ਪਹਿਲਾ। ਸਾਹਿਬ ਮੇਰਾ ਉਜਲਾ ਜੇ ਕੋ ਚਿੱਤ ਕਰੇ, ਨਾਨਕ ਸੋਈ ਸੇਵੀਏ ਸਦਾ ਸਦਾ ਜੋ ਦੇਵੇ। ਨਾਨਕ ਸੋਈ ਸੇਵੀਏ ਜਿਤ ਸੇਵੀਏ ਦੁਖ ਜਾਏ। ਅਵਗਨ ਵੰਜਨ ਗੁਣ ਰਵਾਂ ਬਨ ਮਨ ਸੁਖ ਵਸੇ ਆਏ। ਗੁਰੂ ਸਾਹਿਬ ਕਹਿੰਦੇ ਨਾਮ ਬੜੇ ਜਪੀ ਜਾਂਦੇ, ਬੜੇ ਜਪ ਰਹੇ ਆਪਦੇ ਜਾਣੇ, ਸਭ ਫੇਲ ਹੈ। ਪਰ ਗੁਰੂ ਸਾਹਿਬ ਕਹਿੰਦੇ ਉਸ ਪਰਮਾਤਮਾ ਨੂੰ ਜਪੀਏ, ਉਸ ਪਰਮਾਤਮਾ ਨੂੰ ਜਪੀਏ ਜਿਹੜਾ ਇਕੱਲਾ ਸਭ ਨੂੰ ਦੇਣ ਵਾਲਾ ਹੈ, ਜਿਹਦੇ ਸੇਵਿਆਂ ਸਾਰੇ ਦੁੱਖ ਚਲੇ ਜਾਂਦੇ ਆ। ਹੋਰ ਕਿਸੇ ਆਦਮੀ ਨੂੰ ਨਹੀਂ ਸੇਵਨਾ, ਜਿਹੜਾ ਇਕੱਲਾ ਹੀ ਹੈ ਸਹਿ ਪੰਗ ਉਹਨੂੰ ਸੇਵਨਾ। ਜਿਹੜਾ ਸਭ ਤੋਂ ਪਵਿੱਤਰ ਹੈ, ਉਜਲ ਹੈ, ਜਿਹੜਾ ਮਾਇਆ ਤੋਂ ਉੱਪਰ ਹੈ। ਸਤਨਾਮ ਹੈ ਜੋ ਕਰਤਾ ਪੁਰਖ ਹੈ, ਨਿਰਭਉ ਹੈ, ਨਿਰਵੈਰ ਹੈ, ਅਜੂਨੀ ਹੈ, ਸਹਿ ਪੰਗ ਹੈ ਜਿਹੜਾ। ਕਹਿੰਦਾ ਮੇਰਾ ਮਾਲਕ ਪਵਿੱਤਰ ਹੈ, ਜੋ ਸਭ ਕੋਈ ਵੀ ਉਸ ਨੂੰ ਹਿਰਦੇ ਵਿੱਚ ਵਸਾਉਂਦਾ ਉਹ ਵੀ ਪਵਿੱਤਰ ਹੋ ਜਾਂਦਾ ਹੈ। ਹੁਣ ਪਰਮਾਤਮਾ ਨੂੰ ਵਸਾ ਕੇ ਅਸੀਂ ਆਪਦਾ ਮਨ ਪਵਿੱਤਰ ਕਰਨਾ, ਪੰਜਾਂ ਨੂੰ ਕਾਬੂ ਕਰਨਾ। ਫਿਰ ਗੁਰੂ ਸਾਹਿਬ ਕਹਿੰਦੇ ਦੇਖਿਓ ਕਿਤੇ ਡੁਪਲੀਕੇਟ ਪਰਮਾਤਮਾ ਨੂੰ ਨਾ ਜਪਦੇ ਰਹੋ, ਮਨ 'ਚ ਹੋਰ ਫੋਟੋ ਨਾ ਬਣਾਉਂਦੇ ਫਿਰਿਓ। ਜਿਹਦਾ ਰੂਪ ਨਹੀਂ ਰੇਖ ਨਹੀਂ ਉਹਨੂੰ ਜਪਣਾ। ਆ ਸੱਚ ਗਾ ਸੱਚ ਨੂੰ ਹੀ ਜਪਣਾ, ਜਿਹੜਾ ਸਦਾ ਸਦਾ ਜੋ ਦੇ, ਜੋ ਸਾਰੇ ਜੀਵਾਂ ਨੂੰ ਦਿੰਦਾ, ਸਭਨਾਂ ਜੀਵਾਂ ਦਾ ਦਾਤਾ, ਉਹਨੂੰ ਅਸੀਂ ਭੁੱਲਣਾ ਨਹੀਂ। ਉਹਨੂੰ ਭੁੱਲੇ ਬੈਠੇ, ਉਹਨੂੰ ਯਾਦ ਕਰਨਾ ਸਿੱਖਣਾ। ਇਸ ਤਰ੍ਹਾਂ ਯਾਦ ਕਰੀਏ ਕਿ 24 ਘੰਟੇ ਯਾਦ ਰਵੇ। ਜਿਹੜਾ ਸਭ ਨੂੰ ਦਾਤਾ ਦਿੰਦਾ। ਸਿਮਰੋ ਜਾਸ ਬਸੰਬਰ ਇੱਕ ਹੈ, ਜਿਹੜਾ ਸਭ ਨੂੰ ਪਾਲਦਾ ਹੈ ਵੀ ਇੱਕ ਹੈ ਵੀ ਬਸੰਬਰ ਹੈ ਵੀ ਇੱਕ ਹੈ ਤੇ ਦਾਤਾ ਵੀ ਹੈ। ਉਸ ਨੂੰ ਸਿਮਰਨਾ। ਫਿਰ ਕਹਿੰਦੇ ਉਸ ਨੂੰ ਸਿਮਰ ਕੇ ਦੁੱਖ ਵੀ ਚਲੇ ਜਾਂਦੇ ਆ। ਤੇ ਜੇ ਕਿਤੇ ਤੁਸੀਂ ਸਿਮਰ ਰਹੇ ਹੋ, ਕਿਸੇ ਨੇ ਤੁਹਾਨੂੰ ਨਾਮ ਦੇ ਦਿੱਤਾ, ਜੇ ਤੁਹਾਡੇ ਦੁੱਖ ਨਹੀਂ ਗਏ ਤਾਂ ਤੁਹਾਡਾ ਸਿਮਰਨ ਡੁਪਲੀਕੇਟ ਹੈ। ਕਹਿੰਦੇ ਸਿਰਫ ਤੇ ਸਿਰਫ ਉਸੇ ਨੂੰ ਸਿਮਰਿਓ ਜਿਹਦੇ ਸਿਮਰਨ ਦੇ ਨਾਲ ਦੁੱਖ ਚਲੇ ਜਾਣ। ਹੁਣ ਅਸੀਂ ਵੀ ਆਪਦੇ ਜਾਣੇ ਸਿਮਰ ਰਹੇ ਹਾਂ, ਵਾਹਿਗੁਰੂ ਵਾਹਿਗੁਰੂ ਬੋਲ ਰਹੇ, ਪਰ ਦੁੱਖ ਗਏ ਕਿ ਨਹੀਂ ਗਏ? ਜੇ ਦੁੱਖ ਨਹੀਂ ਗਏ ਤਾਂ ਸਾਨੂੰ ਵਾਹਿਗੁਰੂ ਬੋਲਣਾ ਨਹੀਂ ਆਇਆ। ਕੋਈ ਸਿਮਰਨ 'ਚ ਕਮੀ ਹੈ ਸਾਡੀ, ਸਾਡਾ ਤਰੀਕਾ ਹੈ, ਜੇ ਕੋਈ ਕਮੀ ਰਹਿ ਗਈ ਸਾਡੀ, ਉਹਨੂੰ ਸੁਧਾਰਨਾ ਹੁੰਦਾ। ਫਿਰ ਗੁਰੂ ਸਾਹਿਬ ਕਹਿੰਦੇ ਸਿਮਰਨ ਨਾਲ ਹੋਰ ਕੀ ਹੋਣਾ? ਤੁਹਾਡੇ ਔਗਣ ਖਤਮ ਹੋਣੇ ਆ ਤੇ ਗੁਣ ਭਰਨੇ ਆ। ਮਾੜੀਆਂ ਆਦਤਾਂ ਖਤਮ ਹੋਣੀਆਂ ਤੇ ਚੰਗੀਆਂ ਆਦਤਾਂ ਬਣਨੀਆਂ। ਔਗਣ ਵੰਜਨ ਦੂਰ ਹੋ ਜਾਂਦੇ। ਔਗਣ ਕਿਹੜੇ ਔਗਣ ਹੋਣਗੇ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਸ ਹਉਮੈ ਸਾਰੀ ਮੇਰੀ ਖਤਮ ਹੋ ਗਈ। ਤੇ ਗੁਣ ਰਵੇ, ਗੁਣਾਂ ਨੂੰ ਇਕੱਠੇ ਕਰਨਾ। ਮੈਂ
ਕੀ ਆਊਗੀ? ਦਇਆ ਆਊਗਾ, ਸੰਤੋਖ ਆਊਗਾ, ਜਤ ਆਊਗਾ, ਸਤ ਆਊਗਾ, ਸਹਿਜ ਆਊਗਾ, ਸਹਿਨਸ਼ੀਲਤਾ ਆਊਗੀ, ਪਿਆਰ ਆਊਗਾ, ਸਭ ਨਾਲ ਪਿਆਰ ਚਾਹੂਗਾ, ਵੈਰੀ ਮਿੱਤਰ ਬਣ ਜਾਣਗੇ। ਇਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਔਗਣ ਖਤਮ ਹੋ ਜਾਣਗੇ, ਗੁਣ ਆ ਜਾਣਗੇ ਤੇ ਮਨ ਸੁਖ ਵਸੇ। ਮਨ 'ਚ ਇੰਨੇ ਸੁਖ ਆ ਜਾਣੇ ਦੱਸੇ ਨਹੀਂ ਜਾਣੇ। ਤੇ ਜੇ ਉਹਦੇ ਨਾਲ ਪਿਆਰ ਨਹੀਂ ਬਣਿਆ ਤਾਂ ਫਿਰ ਦੁੱਖ ਵੀ ਨਹੀਂ ਦੱਸੇ ਜਾਂਦੇ, ਇੰਨੇ ਦੁੱਖ ਆਉਂਦੇ। ਹੁਣ ਦੇਖੋ ਗੁਰੂ ਸਾਹਿਬ ਨੇ ਕਿੰਨਾ ਕਲੀਅਰ ਕਰਤਾ ਵੀ ਕਿਹਨੂੰ ਸੇਵਨਾ ਹੈ? ਜਿਹੜਾ ਸਭ ਦਾ ਦਾਤਾ ਹੈ, ਜਿਹਦੇ ਸਿਮਰਾ ਜਿਹੜਾ ਆਪ ਨਿਰਮਲ ਤੇ ਸਾਨੂੰ ਵੀ ਨਿਰਮਲ ਕਰ ਦਿੰਦਾ, ਸਾਡੇ ਔਗਣ ਖਤਮ ਕਰਕੇ ਗੁਣ ਭਰ ਦਿੰਦਾ। ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਦੁੱਖ ਸਾਥੋਂ ਖੋ ਲੈਂਦਾ ਤੇ ਸੁੱਖ ਦੇ ਕੇ ਘਰੇ ਤੋਰ ਦਿੰਦਾ ਸਾਨੂੰ। ਔਗਣ ਖਤਮ ਕਰ ਦਿੰਦਾ, ਸੁੱਖ ਆ ਜਾਂਦਾ ਮਨ 'ਚ। ਫਿਰ ਪੌੜੀ 'ਚ ਗੁਰੂ ਸਾਹਿਬ ਕਹਿੰਦੇ ਆ, ਆਪੇ ਆਪ ਵਰਤਦਾ ਆਪ ਤਾੜੀ ਲਾਇਨ, ਆਪੇ ਹੀ ਉਪਦੇਸ਼ ਦਾ ਗੁਰਮੁਖ ਪਤੇ ਆਇਨ। ਇੱਕ ਆਪੇ ਉਜੜ ਪਾਇਨ, ਇੱਕ ਭਗਤੀ ਲਾਇਨ, ਜਿਸ ਆਪ ਬਜਾਏ ਸੋ ਬੁਝ ਸੀ, ਆਪੇ ਨਾਏ ਲਾਇਨ। ਨਾਨਕ ਨਾਮ ਧਿਆਈਏ ਸੱਚੀ ਵਡਿਆਈ। ਸ਼ੁੱਧ ਦਾ ਮਤਲਬ ਬਸ ਇੱਥੇ ਕੰਪਲੀਟ ਹੋ ਗਿਆ ਕੋਰਸ, ਇਹ ਸਾਰਾ ਹੀ ਵਾਰ ਪੂਰੀ ਹੋ ਗਈ ਹੈ। ਗੁਰੂ ਸਾਹਿਬ ਕਹਿੰਦੇ ਆਪੇ ਹੀ ਸਭ ਥਾਂ ਵਰਤਦਾ। ਆਪੇ ਵਰਤਦਾ ਮਤਲਬ ਧਰਤੀ ਵੀ ਆਪ ਬਣਿਆ, ਹਵਾ ਵੀ ਆਪ ਬਣਿਆ, ਸੂਰਜ ਵੀ ਆਪ ਬਣਿਆ, ਉੱਤੇ ਜੀ ਜੰਤ ਵੀ ਆਪ ਬਣਿਆ, ਪਹਾੜ ਵੀ ਆਪ ਬਣਿਆ, ਦਰਖਤ ਵੀ ਆਪ ਬਣਿਆ। ਜੋ ਦਿਖਦਾ ਸਭ ਦੇ ਵਿੱਚ ਵਸ ਰਿਹਾ, ਆਪ ਹੀ ਵਰਤ ਰਿਹਾ। ਜੇ ਚੰਗਾ ਕਰ ਰਿਹਾ ਤਾਂ ਵੀ ਆਪ ਕਰ ਰਿਹਾ, ਮਾੜਾ ਕਰ ਰਿਹਾ ਆਪ ਹੀ ਕਰ ਰਿਹਾ। ਗੁਰੂ ਦੇ ਸਿੱਖਾਂ ਨੇ ਤੇ ਗੁਰੂ ਨੇ ਕਦੇ ਕਿਸੇ ਨੂੰ ਮਾੜਾ ਨਹੀਂ ਕਿਹਾ ਸੀ। ਔਰੰਗਜ਼ੇਬ ਨੂੰ ਵੀ ਮਾੜਾ ਨਹੀਂ ਕਿਹਾ ਸੀ, ਮੁਗਲਾਂ ਨੂੰ ਵੀ ਮਾੜਾ ਕਿਹਾ ਸੀ। ਉਹ ਕਹਿੰਦੇ ਆਪ ਦਾ ਕੰਮ ਉਹ ਕਰੀ ਜਾਂਦੇ। ਇਹਨਾਂ ਨੂੰ ਪਰਮਾਤਮਾ ਨੇ ਇੱਥੇ ਲਾਇਆ, ਪਰ ਆਪਾਂ ਆਪ ਦਾ ਕਰਨਾ, ਆਪਾਂ ਇਹਨਾਂ ਨੂੰ ਡਿਫੀਟ ਕਰਕੇ ਦਿਖਾਉਣਾ। ਹੁਣ ਪੰਜੇ ਵਕਾਰ ਆਪਦਾ ਕੰਮ ਕਰੀ ਜਾਂਦੇ, ਤੇ ਜੇ ਅਸੀਂ ਆਖੇ ਪੰਜੇ ਸਾਨੂੰ ਨਾ ਕੈਚ ਕਰਨ, ਉਹਨਾਂ ਨੇ ਤਾਂ ਕੈਚ ਕਰਨਾ ਹੀ ਕਰਨਾ। ਗੁਰੂ ਸਾਹਿਬ ਕਹਿੰਦੇ ਉਹ ਨਹੀਂ ਹਟਦੇ, ਤੁਸੀਂ ਨਾਮ ਲੈ ਕੇ ਬਚ ਜਾਓ ਇਹਨਾਂ ਤੋਂ। ਸਭ ਥਾਂ ਆਪ ਹੀ ਵਰਤ ਰਿਹਾ, ਸਭ ਥਾਂ ਮੌਜੂਦ ਹੈ, ਕਣ ਕਣ ਦੇ ਵਿੱਚ ਵਸ ਰਿਹਾ। ਉਸਨੇ ਆਪ ਹੀ ਤਾੜੀ ਹੋਈ ਲਾਈ ਆ, ਆਪ ਹੀ ਆਪ ਦਾ ਰੂਪ ਬਣਾਇਆ। ਸਗਲ ਸਮਗਰੀ ਜਾ ਕਾ ਤਨਾ। ਗੁਰੂ ਸਾਹਿਬ ਕਹਿੰਦੇ ਉਹਨੇ ਤਨ ਬਣਾਇਆ, ਆਪਦਾ ਆਪਣੇ ਆਪ ਨੂੰ ਵੱਡਾ ਕਰ ਲਿਆ। ਕਦੇ ਏਕਮ ਸੀ, ਸਭ ਇਕੱਠਾ ਸੀ, ਆਪਣੇ ਆਪ ਨੂੰ ਇੰਨਾ ਖੋਲ੍ਹਿਆ ਕਿ ਅੱਜ ਵੀ ਬਾਹਰ ਖੁੱਲ੍ਹਦਾ ਜਾ ਰਿਹਾ। ਪਤਾ ਨਹੀਂ ਕਿੰਨੇ ਸੂਰਜ ਅਤੇ ਸੂਰਜਾਂ ਦੇ ਮੰਡਲ ਬਣਾ ਲਏ, ਉੱਤੇ ਧਰਤੀਆਂ ਬਣਾ ਲਈਆਂ, ਕਿੰਨੀਆਂ ਖਾਣੀਆਂ, ਪਤਾ ਨਹੀਂ ਕਿੰਨੀਆਂ ਖਾਣੀਆਂ। ਕੀਤੀ ਖਾਣੀ ਕੀਤੀ ਬਾਣੀ, ਕੋਟ ਖਾਣੀ ਕੋਟ ਬਾਣੀ। ਇਹ ਸੁਖਨੀ ਸਾਹਿਬ ਕਹਿੰਦੇ ਆ। ਜਪਜੀ ਸਾਹਿਬ 'ਚ ਵੀ ਗੁਰੂ ਸਾਹਿਬ ਕਹਿੰਦੇ ਭਾਈ ਪਤਾ ਨਹੀਂ ਕੀ ਕੁਛ ਬਣਾਇਆ ਉਹਨੇ। ਸਭ ਥਾਂ ਆਪ ਹੀ ਵਰਤਦਾ, ਆਪ ਤਾੜੀ ਲਾਈ ਹੈ। ਆਪੇ ਹੀ ਉਪਦੇਸ਼ ਦਾ ਗੁਰਮੁਖ ਪਾਇਨ, ਆਪ ਹੀ ਗੁਰੂ ਬਣ ਕੇ ਆਇਆ। ਉਪਦੇਸ਼ ਵੀ ਗੁਰੂ ਰਾਹੀਂ ਆਪ ਦੇ ਰਿਹਾ, ਤੇ ਆਪ ਹੀ ਗੁਰੂ ਦਾ ਸਿੱਖ ਬਣ ਕੇ ਗੁਰੂ ਤੋਂ ਉਪਦੇਸ਼ ਵੀ ਆਪ ਹੀ ਲੈਂਦਾ। ਬਸ ਅਸੀਂ ਅਰਦਾਸ ਕਰਨੀ ਤੇ ਤੂੰ ਮੈਥੋਂ ਕਰਵਾ ਲਾ ਬਸ। ਲੇਕਿਨ ਆਪੇ ਉਜੜ ਪਾਇਨ, ਇੱਕ ਭਗਤੀ ਲਾਇਨ। ਆਪ ਹੀ ਇਹ ਖੇਲ ਬਣਾ ਕੇ ਸਾਨੂੰ ਪੈਦਾ ਕਰਕੇ ਮਾਇਆ 'ਚ ਫਸਾ ਦਿੰਦਾ। ਸਾਰੇ ਫਸਦੇ ਜਾਂਦੇ ਆ, ਪਰ ਆਪ ਹੀ ਗੁਰੂ ਰਾਹੀਂ ਜੋੜ ਕੇ ਭਗਤੀ 'ਚ ਲਾ ਦਿੰਦਾ ਤੇ ਸਾਨੂੰ ਬਾਹਰ ਕੱਢ ਲੈਂਦਾ। ਤੇ ਪਰ ਅਸੀਂ ਅਰਦਾਸ ਕਰਨੀ ਹੈ ਕਿ ਮੈਨੂੰ ਵੀ ਭਗਤੀ ਲਾ ਦੇ। ਗੁਰੂ ਸਾਹਿਬ ਕਹਿੰਦੇ ਉਂਝ ਤਾਂ ਸਾਰਿਆਂ ਨੂੰ ਲਾਇਆ, ਪਰ ਤੂੰ ਜੇ ਮੇਰਾ ਸਿੱਖ ਹੈ ਤਾਂ ਉਹਨੂੰ ਕਹਿੰਦੇ ਮੈਨੂੰ ਇੱਧਰ ਲਾ ਲਾ। ਸਾਡੀ ਬਦਲੀ ਕਰ ਦਿੰਦਾ ਉਹ। ਜੇ ਗੁਰੂ ਮੁਤਾਬਕ ਚੱਲੀਏ ਭਗਤੀ ਤੇ ਲਾ ਲੈਂਦਾ, ਸਾਰਿਆਂ ਨੂੰ ਲਾ ਲੈਂਦਾ, ਜੋ ਵੀ ਲੱਗਣਾ ਚਾਹੁੰਦਾ। ਪਰ ਭਗਤੀ ਤੇ ਲੱਗਣਾ ਨਹੀਂ ਚਾਹੁੰਦਾ, ਮਨ ਨਹੀਂ ਬਣਦਾ, ਮਨ ਨਹੀਂ ਜਾਗਦਾ। ਕਹਿੰਦੇ ਇੱਕ ਆਪੇ ਉਜੜ ਪਾਇਨ। ਉਜੜ ਮਤਲਬ ਸਾਰੇ ਇਛਾਵਾਂ ਦੇ ਵਿੱਚ ਪਾਈ ਰੱਖਦਾ। ਇੱਕ ਭਗਤੀ ਲਾਏ, ਇੱਕ ਨੂੰ ਬੰਦਗੀ 'ਚ ਲਾ ਕੇ ਇਛਾਵਾਂ ਕਾਬੂ ਕਰਾ ਦਿੰਦਾ। ਜਿਸ ਆਪ ਬਜਾਏ ਸੋ ਬਜਸੀ, ਆਪੇ ਲਾਏ ਨਾਏ ਲਾਇਨ। ਫਿਰ ਗੁਰੂ ਸਾਹਿਬ ਕਹਿੰਦਾ, ਫਿਰ ਗੁਰੂ ਦਾ ਗਿਆਨ ਦੇ ਕੇ ਉਹਨੂੰ
ਵਸਾ ਵੀ ਦਿੰਦਾ ਹੈ ਤੇ ਨਾਮ ਤੇ ਲਾ ਦਿੰਦਾ ਹੈ। ਇਸ ਕਰਕੇ ਅਸੀਂ ਅਰਦਾਸ ਕਰਨੀ ਹੈ, ਰੋਜ਼ ਅਰਦਾਸਾਂ ਜ਼ਿਆਦਾ ਕਰਨੀਆਂ, ਪਰ ਮੰਗਣਾ ਕੀ ਹੈ? ਨਾਮ ਮੰਗਣਾ ਹੈ, ਗੁਰੂ ਦੇ ਮੁਤਾਬਕ ਚੱਲਣਾ ਮੰਗਣਾ, ਭਗਤੀ ਮੰਗਣਾ, ਹੋਰ ਨਹੀਂ ਮੰਗਣਾ। ਹੋਰ ਚੀਜ਼ਾਂ ਤਾਂ ਆਪਣੇ ਆਪ ਆਉਣਗੀਆਂ। ਪਰਮਾਤਮਾ ਦੇ ਨਾਮ ਦੇ ਨਾਲ 9 ਨਿਧੀਆਂ 18 ਸਿੱਧੀਆਂ ਆਪਣੇ ਆਪ ਆਟੋਮੈਟਿਕਲੀ ਮਿਲਦੀਆਂ। ਇਸ ਕਰਕੇ ਅਸੀਂ ਨਾਮ ਦਾ ਕੋਰਸ ਕਰਕੇ ਲੈਣਾ ਹੈ, ਸਿੱਧਾ ਦੁਨਿਆਵੀ ਪਦਾਰਥ ਨਹੀਂ ਮੰਗਣੇ। ਇਸ ਤਰ੍ਹਾਂ ਉਹ ਫਿਰ ਆਪ ਹੀ ਸਮਝ ਦੇ ਦਿੰਦਾ ਬਾਣੀ ਦੀ। ਜਦੋਂ ਅਸੀਂ ਰੋਜ਼ ਅਰਦਾਸਾਂ ਕਰਦੇ ਹਾਂ, ਸਾਨੂੰ ਬਾਣੀ ਸਮਝ ਆ ਜਾਵੇ, ਫਿਰ ਗਾਂ ਆਪਦੇ ਨਾਮ 'ਚ ਵੀ ਲਾ ਜਾਂਦਾ। ਫਿਰ ਗੁਰੂ ਦਾ ਸਿੱਖ ਨਾਮ ਮੰਗਦਾ ਰਹਿੰਦਾ। ਦੇ ਨਾਮ ਸੰਤੋਖੀ ਹੈ, ਉਤਰੇ ਮਨ ਕੀ ਭੁੱਖ। ਫਿਰ ਇਹ ਗਾਉਂਦਾ ਗੁਰੂ ਦਾ ਸਿੱਖ। ਫਿਰ ਨਾਮ ਤੋਂ ਬਿਨਾਂ ਹੋਰ ਕੁਛ ਨਹੀਂ ਮੰਗਦਾ, ਕਿਉਂਕਿ ਗੁਰੂ ਕਹਿੰਦਾ ਦੁੱਖ ਆਉਣਗੇ ਭਾਈ ਜੇ ਨਾਮ ਤੋਂ ਬਿਨਾਂ ਹੋਰ ਮੰਗੋਗੇ। ਵਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ। ਦੇ ਨਾਮ ਸੰਤੋਖੀਏ, ਉਤਰੇ ਮਨ ਕੀ ਭੁੱਖ। ਫਿਰ ਕਹਿੰਦੇ ਗੁਰੂ ਤਾਂ ਵੰਤਰੇ ਨੂੰ ਵੀ ਹਰਿਆ ਕਰ ਦਿੰਦਾ। ਕਿਆ ਮਨੁੱਖ, ਗੁਰੂ ਵਾਸਤੇ ਮਨੁੱਖ ਤਾਂ ਕੋਈ ਵੱਡੀ ਚੀਜ਼ ਨਹੀਂ ਹੈ। ਹਰਿਆ ਕਰਨਾ, ਪਰਮਾਤਮਾ ਨਾਲ ਜੋੜਨਾ, ਗੁਰੂ ਦਾ ਸੁੱਕੇ ਦਰਖਤਾਂ ਨੂੰ ਵੀ ਹਰਿਆ ਕਰ ਦਿੰਦਾ ਜੇ ਅਸੀਂ ਗੁਰੂ ਦਾ ਲੜ ਪਕੜ ਲਈਏ। ਨਾਨਕ ਨਾਮ ਧਿਆਈਏ, ਸੱਚੀ ਵਡਿਆਈ। ਗੁਰੂ ਸਾਹਿਬ ਕਹਿੰਦੇ ਗੁਰੂ ਦੇ ਨਾਲ ਜੁੜ ਕੇ ਨਾਮ ਨੂੰ ਧਿਆਉਣਾ ਸਿੱਖ ਲਓ। ਇਹ ਸਦਾ ਰਹਿਣ ਵਾਲੀ ਤੁਹਾਡੀ ਕਮਾਈ ਹੈ। ਦੁਨੀਆ 'ਚ ਬੜੀ ਵਡਿਆਈ ਮਿਲਦੀ ਹੈ, ਦੁਨੀਆ ਤੁਹਾਡੇ ਪੈਰਾਂ 'ਚ ਡਿੱਗ ਜਾਂਦੀ ਹੈ ਜੇ ਅਸੀਂ ਨਾਮ ਦੀ ਕਮਾਈ ਕਰ ਲਈਏ। ਉਹਦੇ ਵਾਸਤੇ ਅਸੀਂ ਅਰਦਾਸਾਂ ਕਰਨੀਆਂ, ਗੁਰੂ ਨਾਲ ਜੁੜਨਾ। ਗੁਰੂ ਦੇ ਬੜੇ ਸ਼ਬਦ ਹੈ। ਗੁਰੂ ਸਾਹਿਬ ਕਹਿੰਦੇ ਜਿਸ ਨੀਚ ਕੋ ਕੋਈ ਨਾ ਜਾਣੇ, ਨਾਮ ਜਪਤ ਚੌਕੁੰਟ ਮਾਨੇ। ਜਿਸ ਨੂੰ ਨੀਚ ਨੂੰ ਇੰਨਾ ਸੀਗਾ ਲੋਭੀ, ਕਾਮੀ, ਕ੍ਰੋਧੀ, ਕੋਈ ਨਹੀਂ ਜਾਣਦਾ ਸੀ, ਨਾਮ ਜਪ ਕੇ ਜਿੱਦਣ ਹੋ ਗਿਆ ਸਾਰੇ ਸੰਸਾਰ 'ਚ ਉਹਦਾ ਨਾਮ ਮੰਨਿਆ ਜਾਂਦਾ ਹੈ, ਮਸ਼ਹੂਰ ਹੋ ਜਾਂਦਾ ਹੈ। ਇਹ ਕੋਰਸ ਕਰਕੇ ਦੁਨੀਆ ਦੇ ਵਿੱਚ ਮਸ਼ਹੂਰੀ ਹੋ ਜਾਂਦੀ ਹੈ। ਪਰ ਇਹ ਕੋਰਸ ਕੋਈ ਵਿਰਲਾ ਕਰਦਾ ਹੈ, ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਸਰੋਵਰ ਬਣ ਕੇ ਇਹਦਾ ਹੰਸ ਬਣ ਜਾਂਦਾ ਹੈ। ਇਹਦੇ 'ਚੋਂ ਫਿਰ ਮੋਤੀ ਕੱਢਦਾ ਹੈ। ਮੋਤੀ ਸਾਡੀ ਖੁਰਾਕ ਬਣ ਜਾਵੇ। ਮਨ ਦੀ ਖੁਰਾਕ ਕੀ ਹੈ? ਬਾਣੀ ਹੈ। ਇਹ ਮਨ ਦੀ ਖੁਰਾਕ ਹੈ, ਪਰ ਮਨ ਨੂੰ ਸਮਝ ਨਹੀਂ ਆਉਂਦੀ, ਕਿਉਂਕਿ ਅਸੀਂ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ, ਕਿਉਂਕਿ ਪੁਰਾਣੀ ਭਾਸ਼ਾ ਹੈ, ਕਾਵਿ ਰੂਪ ਦੇ ਵਿੱਚ ਹੈ। ਉਹ ਸਾਨੂੰ ਵਿਚਾਰਨ ਵਾਸਤੇ ਫਿਰ ਟਾਈਮ ਲਾਉਣਾ ਪੈਂਦਾ। ਬਾਣੀ 'ਤੇ ਵਿਚਾਰਾਂ ਕਰਨੀਆਂ ਪੈਣਗੀਆਂ, ਸਮਝ ਲੈਣੀ ਪਊਗੀ, ਫਿਰ ਸਾਨੂੰ ਹੀਰੇ ਮੋਤੀ ਮਿਲਣਗੇ। ਫਿਰ ਅਸੀਂ ਆਪਣੇ ਆਪ ਦੇ ਮਨ ਨੂੰ ਕਾਬੂ ਕਰ ਸਕਦੇ ਹਾਂ, ਇੱਛਾਵਾਂ ਤੋਂ ਬਾਹਰ ਕਰ ਸਕਦੇ ਹਾਂ। ਮਨ ਨੂੰ ਕਾਬੂ ਕਰਨਾ, ਦੁਨੀਆ ਨੂੰ ਜਿੱਤਣਾ ਹੈ। ਆਪਦੇ ਨਾਲ ਲੜਾਈ ਹੈ, ਕਿਸੇ ਨਾਲ ਲੜਾਈ ਨਹੀਂ। ਗੁਰੂ ਦਾ ਸਿੱਖ ਆਪਣੇ ਆਪ ਨੂੰ ਮਾੜਾ ਕਹਿੰਦਾ, ਹੋਰ ਕਿਸੇ ਨੂੰ ਮਾੜਾ ਨਹੀਂ ਕਹਿੰਦਾ। ਹਮ ਨਹੀਂ ਚੰਗੇ, ਬੁਰਾ ਨਹੀਂ ਕੋਈ। ਗੁਰੂ ਦਾ ਸਿੱਖ ਕਹਿੰਦਾ ਮੈਂ ਹੀ ਮਾੜਾ ਭਾਈ, ਸਾਰੇ ਚੰਗੇ, ਕੋਈ ਬੁਰਾ ਨਹੀਂ, ਮੈਂ ਹੀ ਸਭ ਤੋਂ ਬੁਰਾ। ਫਿਰ ਜਿਹੜਾ ਇਸ ਤਰ੍ਹਾਂ ਆਪਦੇ ਆਪ ਨੂੰ ਨੀਵਾਂ ਗਿਣਦਾ, ਉਹਨੂੰ ਨਾਮ ਪ੍ਰਾਪਤ ਹੁੰਦਾ ਹੈ, ਕਿਉਂਕਿ ਉਹਦੀ ਹਉਮੈ ਖਤਮ ਹੋ ਜਾਂਦੀ। ਹਉਮੈ ਖਤਮ ਹੋ ਕੇ ਹੀ ਨਾਮ ਮਿਲਦਾ, ਐਵੇਂ ਨਹੀਂ ਮਿਲਦਾ। ਇਹ ਬੜੀਆਂ ਬਰੀਕੀਆਂ ਜੋ ਬਾਣੀ 'ਚੋਂ ਸਾਨੂੰ ਸਮਝ ਆਉਂਦੀਆਂ, ਉਹ ਸਾਨੂੰ ਇਕੱਠੀਆਂ ਕਰਨੀਆਂ ਪੈਂਦੀਆਂ, ਫਿਰ ਉਹ 'ਤੇ ਅਮਲ ਕਰਨਾ ਪੈਂਦਾ। ਇਹ ਸ਼ਬਦ ਪੜ੍ਹਦਿਆਂ ਤੋਂ, ਵਿਚਾਰਾਂ ਕਰਦਿਆਂ ਤੋਂ ਅਨੇਕਾਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਸਾਧ ਸੰਗਤ ਜੀ ਬਖਸ਼ਣਹਾਰ ਹੈ, ਬਖਸ਼ ਦੇ ਨਾਲ ਜਿੰਨੀ ਕੁ ਮਾਲਕ ਕਿਰਪਾ ਕਰਦਾ ਉਨੀ ਕੁ ਵਿਚਾਰ ਕਰ ਲੈਂਦੇ ਹਾਂ। ਇਹ ਸਾਡਾ ਨਿਤਨੇਮ ਬਣ ਜਾਂਦਾ ਹੈ। ਆਓ ਸਾਰੇ ਬਾਣੀ ਨੂੰ ਵਿਚਾਰਨ ਦੀ ਕੋਸ਼ਿਸ਼ ਕਰੀਏ, ਆਪ ਵੀ ਬਾਣੀ ਸਮਝੀਏ ਅਤੇ ਦੂਜਿਆਂ ਨੂੰ ਵੀ ਸਮਝਾਈਏ। ਸਾਡੇ ਵਰਗੇ ਅਣਜਾਣਾਂ ਨੂੰ ਵੀ ਸਮਝਾ ਦਿਓ। ਤੁਸੀਂ ਵੱਧ ਤੋਂ ਵੱਧ ਵਧੀਆ ਬਾਣੀ ਸਮਝ ਸਕਦੇ ਹੋ, ਵਿਚਾਰ ਸਕਦੇ ਹੋ। ਸਾਡੇ ਵਰਗੇ ਅਣਜਾਣਾਂ ਦਾ ਵੀ ਭਲਾ ਹੋ ਸਕਦਾ ਹੈ, ਬਾਣੀ ਦੀ ਸਮਝ ਆ ਸਕਦੀ ਹੈ। ਇਹਨਾਂ ਕਹਿੰਦੇ ਖਿਮਾ ਦੇ ਜਾਜਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਖ ਗਾਤੇ ਤੂੰ ਅਥਾ